ਕਿਸੇ ਪਿੰਡ ਦੇ ਵਿੱਚ ਨਾ ਇੱਕ ਨਾਈ ਹੁੰਦਾ, ਉਹਦਾ ਨਾਮ ਹੁੰਦਾ ਜੀ ਹਯਾਤ ਨਾਈ। ਉਹ ਨਾ ਕਿਸੇ ਪਿੰਡ ਦੇ ਨਾ ਚੌਧਰੀ ਦੇ ਘਰ ਨਾ ਦੇਖਣ ਦੂਗਾ ਪਕਾਉਂਦਾ ਤੇ ਚੌਧਰੀ ਉਹਨਾਂ ਨੂੰ ਖੁਸ਼ ਹੋ ਕੇ ਨਾ ਇਨਾਮ ਦੇ ਤੌਰ ਤੇ ਇੱਕ ਕਿੱਲਾ ਪੈਲੀ ਦੇ ਦਿੰਦਾ। ਨਾਈ ਬੜਾ ਖੁਸ਼ ਹੁੰਦਾ ਹੈ ਕਿ ਮੈਨੂੰ ਨਾ ਚੌਧਰੀ ਨੇ ਇੱਕ ਕਿੱਲਾ ਪੈਲੀ ਦੇ ਦਿੱਤੀ ਹੈ। ਲੋ ਜੀ ਨਾ ਉਹ ਕਦੇ ਉਹਨੂੰ ਦੱਸ ਕਦੇ ਉਹਨੂੰ ਦੱਸ, ਬੜਾ ਖੁਸ਼ ਹੁੰਦਾ ਹੈ। ਉਹਨੇ ਨਾ ਕੋਈ ਇੱਕ ਦੋ ਫਸਲਾਂ ਬੀਜੀਆਂ, ਬੀਜ ਕੇ ਨਾ ਤੇ ਉਹਨੂੰ ਪੈਸੇ ਵਾਵਾ ਲੱਭੇ ਉਹਦੇ ਵਿੱਚੋਂ, ਫਸਲਾਂ ਦੇ ਵਿੱਚੋਂ। ਉਹਨਾਂ ਦਾ ਦਿਨ ਦੇ ਵਿੱਚ ਤਕੱਬਰ ਆ ਗਿਆ, ਮੈਂ ਬੜਾ ਵੱਡਾ ਜ਼ਿਮੀਂਦਾਰ ਬਣ ਗਿਆ, ਗੁਰੂਰ ਆ ਗਿਆ ਨਾ। ਜਿਵੇਂ ਮਾੜੇ ਬੰਦੇ ਕੋਲ ਚਾਰ ਆਨੇ ਆ ਜਾਵਣ ਤੇ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ, ਉਹ ਪੈਰ ਦੀ ਨੋਕ ਤੇ ਪਾ ਕੇ ਬੰਦੇ ਨੂੰ ਸੁੱਟਦਾ ਪਰੇ ਹੋ, ਲੱਖ ਡੇਢ ਲੱਖ ਜੇਬ 'ਚ ਹੋਵੇ। ਤੇ ਇਸੇ ਤਰ੍ਹਾਂ ਨਾ ਨਾਈ ਦੇ ਨਾਲ ਗੁਰੂਰ ਆ ਗਿਆ, ਤਕੱਬਰ ਆ ਗਿਆ। ਨਾਈ ਭਾਈ ਨਾ ਕੋਈ ਵੀ ਕੰਮ ਕਵੇ ਜਾਂ ਕੋਈ ਕਵੇ ਸਾਡੇ ਦੇਗਾਂ ਪਕਾਣੀਆਂ ਨੇ ਜਾਂ ਕੋਈ ਵਾਲ ਕਟਾਉਣ ਆਵੇ ਤੇ ਨਾਈ ਨੇ ਉਹਨੂੰ ਉੱਡ ਕੇ ਪੈ ਜਾਵੇ, ਮੇਰੇ ਕੋਲ ਟਾਈਮ ਨਹੀਂ ਹੈਗਾ ਏ, ਚੱਲ ਭੱਜ ਜਾ ਕਿਸੇ ਹੋਰ ਕੋਲ ਕਰਾ ਲੈ। ਲੋ ਜੀ ਨਾ ਕੋਈ ਵਕਤ ਗੁਜ਼ਰਿਆ ਤੇ ਨਾਈ ਨੇ ਨਾ ਜਿਹੜੀ ਉਹ ਕਿੱਲਾ ਪਹਿਲੀ ਸੀ ਨਾ ਉਹਦੇ ਵਿੱਚ ਨਾ ਚਣੇ ਬੀਜ ਲੈ। ਚਣੇ ਥੋੜੇ ਥੋੜੇ ਵੱਡੇ ਹੋਏ ਤੇ ਕੋਈ ਵੀ ਛੇੜੂ ਬੱਕਰੀਆਂ ਵਾਲਾ ਜਾਂ ਮੱਝਾਂ ਵਾਲਾ ਜਾਂ ਕੋਈ ਵੀ ਨੰਗੇ ਨਾ ਤੇ ਉਹਨੂੰ ਦੂਰੋਂ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਵੇ ਕਰੇ ਕਿ ਫਲਾਣਿਆਂ ਨੂੰ ਮੋੜ, ਇੰਜ ਕਰ, ਫਲਾਣ ਕਰ, ਯਾਨੀ ਉਹਨਾਂ ਨੂੰ ਗਾਲਾਂ ਕੱਢੇ ਵੀ ਇਹਨੂੰ ਪਾਸੇ ਕਰ, ਮਾਲ ਨੂੰ, ਮੇਰੀ ਨਾ ਫਸਲ ਖਰਾਬ ਨਾ ਕਰਨ। ਉਹ ਵਿਚਾਰੇ ਬੜੇ ਪਰੇਸ਼ਾਨ ਹੋਏ। ਉਹਨਾਂ ਕਿਹਾ ਵੀ ਯਾਰ ਅਸੀਂ ਤਾਂ ਦੂਰ ਹੁੰਨੇ ਆ, ਸਾਰੀ ਕੋਈ ਮਾਲ ਡੰਗਰ ਕੋਈ ਵਿੱਚ ਵੜਦਾ ਵੀ ਨਹੀਂ ਹੈ, ਲੇਕਿਨ ਫਿਰ ਵੀ ਗਾਲਾਂ ਕੱਢਦਾ ਸਾਨੂੰ, ਇਹਦਾ ਕੋਈ ਹਿਸਾਬ ਲਾਉਣਾ ਪਵੇਗਾ। ਉਹਨਾਂ ਨੇ ਨਾ ਸਲਾਹ ਸਲੂਹ ਕੀਤੀ। ਉਹਨਾਂ ਕਿਹਾ ਵੀ ਇਹਨੂੰ ਨਾ ਫੂਕੀਏ ਆਪਾਂ, ਇਹਦੀ ਨਾ ਜਿਹੜੀ ਕੁੱਲੀ ਇਹਨਾਂ ਨੂੰ ਅੱਗ ਲਾ ਦਿੰਦੇ ਆ ਤੇ ਵਿੱਚ ਆਪੇ ਸੜ ਸੁੜ ਜਾਵੇਗਾ, ਜਾਨ ਛੁੱਟੇ ਸਾਡੀ। ਇਹਨੇ ਕਿ ਦਿਨ ਰਾਤ ਦਾ ਸਾਨੂੰ ਸਿਆਪਾ ਪਾਇਆ ਹੈ, ਹਰ ਰੋਜ਼ ਸਾਨੂੰ ਗਾਲਾਂ ਕੱਢਦਾ, ਸਾਡਾ ਮਾਲ ਦੂਰ ਹੁੰਦਾ ਹੈ, ਅਜੇ ਵਿੱਚ ਨਹੀਂ ਅੜਦਾ ਤੇ ਗਾਲਾਂ ਕੱਢਣੀ ਸ਼ੁਰੂ ਕਰ ਦਿੰਦਾ। ਲੋ ਜੀ ਨਾ ਨਾਈ ਦੀ ਕਿਸਮਤ ਚੰਗੀ, ਜਿਸ ਰਾਤ ਉਹਨਾਂ ਨੇ ਸਲਾਹ ਕੀਤੀ ਨਾ ਉਸ ਰਾਤ ਨਾਈ ਨੂੰ ਵਿਆਹ ਦਾ ਸੱਦਾ ਆ ਗਿਆ। ਨਾਈ ਉਹਨਾਂ ਕੋਲ ਗਿਆ, ਉਹਨਾਂ ਨੇ ਨਾ ਦੱਸਿਆ ਕਿ ਫਲਾਣੇ ਫਲਾਣੇ ਪਾਸੇ ਨਾ ਸਾਡੀਆਂ ਗੰਢਾਂ ਦੇ ਕੇ ਆਉਣੀਆਂ ਨੇ, ਯਾਨੀ ਵਿਆਹ ਦਾ ਸੱਦਾ ਦੇ ਕੇ ਆਉਣਾ, ਕਹਿ ਕੇ ਆਉਣਾ ਵੀ ਸਾਡੇ ਵਿਆਹ ਤੇ ਆਉਣਾ ਫਲਾਣੀ ਤਰੀਕ ਨੂੰ। ਕੋਈ ਦਿਨ 7-8 ਲੱਗ ਜਾਣੇ ਸੀ ਤੇ ਨਾਈ ਨੇ ਕੀ ਕੰਮ ਕੀਤਾ, ਉਹਨੇ ਨਾ ਇੱਕ ਮਰਾਸੀਆਂ ਦਾ ਬਾਬਾ ਲਿਆ ਬੁੱਢਾ ਜਿਹਾ, ਲੈ ਕੇ ਨਾ ਤੇ ਉਹਨੂੰ ਨਾ ਉੱਥੇ ਸਵਾਤਾ। ਕਹਿੰਦਾ ਤੂੰ ਦਿਨ ਰਾਤ ਇੱਥੇ ਰਖਵਾਲੀ ਕਰਨੀ ਮੇਰੇ ਚਣਿਆਂ ਦੀ ਤੇ ਗੁਮਾਲ ਡੰਗਰ ਨਾ ਵਿੱਚ ਪਾ ਦੇਵੇ ਤੇ ਮੈਂ ਨਾ ਵਿਆਹ ਦੀਆਂ ਗੰਢਾਂ ਦੇ ਆਵਾਂ। ਲੋ ਜੀ ਉਹ ਉਧਰ ਨੂੰ ਟੁਰ ਪਿਆ, ਇਹਨੂੰ ਹੁਣ ਮਰਾਸੀਆਂ ਦੇ ਬਾਬੇ ਨੂੰ ਨਾ ਉੱਥੇ ਸਵਾਤਾ। ਛੇੜੂਆਂ ਨੇ ਕੀ ਕੰਮ ਕੀਤਾ, ਜਦੋਂ ਅੱਧੀ ਰਾਤ ਹੋਈ ਨਾ ਤੇ ਫੂਕ ਦਿੱਤੀ ਕੁੱਲੀ ਵਿੱਚ, ਮਰਾਸੀਆਂ ਦਾ ਬਾਬਾ ਸੀ ਸੜ ਗਿਆ। ਪੂਰੇ ਪਿੰਡ 'ਚ ਰੌਲਾ ਪੈ ਗਿਆ ਜੀ, ਹਯਾਤ ਨਾਈ ਸੜ ਗਿਆ। ਉਹਨਾਂ ਨੇ ਨਾ ਬਾਬੇ ਨੂੰ ਨੱਪਿਆ ਤੇ ਕੋਈ ਦਿਨ ਗੁਜ਼ਰੇ 6-7 ਦਿਨ ਜਾਂ ਜਿੰਨੇ ਦਿਨ ਨੂੰ ਲੱਗਣੇ ਸੀ, ਵਾਪਸੀ ਆਇਆ ਜਿਸ ਟਾਈਮ ਤੇ ਰਾਤ ਦਾ ਟਾਈਮ ਸੀ, ਹਨੇਰਾ ਹੋ ਗਿਆ ਸੀ। ਉਹਨੇ ਆਣ ਕੇ ਕੁੰਡੀ ਖੜਕਾਈ, ਅੰਦਰੋਂ ਆਵਾਜ਼ ਆਈ ਕੌਣ? ਉਹਨੇ ਕਿਹਾ ਜੀ ਮੈਂ ਹਯਾਤ ਨਾਈ। ਲਓ ਜੀ ਬੀਬੀ ਨੇ ਰੌਲਾ ਪਾਤਾ, ਉਹਨੇ ਕਿਹਾ ਕਪੜਾ 'ਚ ਮੁਰਦਾ ਉੱਠ ਕੇ ਆ ਗਿਆ ਤੇ ਮੈਨੂੰ ਬਚਾਓ। ਪਿੰਡ ਦੇ ਬੰਦੇ ਭੱਜੇ ਛੋਟੇ ਨੰਬੇ ਲੈ ਕੇ ਤੇ ਹਯਾਤ ਨਾਈ ਭੱਜ ਪਿਆ ਵਿਚਾਰਾ। ਉਹਨੇ ਸੋਚਿਆ ਵੀ ਮੇਰੀ ਬੁੜੀ ਮੇਰੇ ਨਾਲ ਕੀ ਕਰਦੀ ਪਈ ਏ, ਇਹ ਕੀ ਤਮਾਸ਼ਾ ਲਾਈ ਹੋਤੀ। ਮੈਂ ਘਰ ਗਿਆ ਤੇ ਅੱਗੋਂ ਉਹਨੇ ਰੌਲਾ ਪਾਤਾ, ਇਹ ਮੁਰਦਾ ਆ ਗਿਆ ਕਬਰਾਂ 'ਚ ਉੱਠ ਕੇ, ਰੌਲਾ ਕੀ ਏ। ਅਗਲੀ ਰਾਤ ਉਹ ਫਿਰ ਗਿਆ ਤੇ ਫਿਰ ਉਹੀ ਕੰਮ ਹੋਇਆ। ਹਯਾਤ ਨਾਈ ਭੱਜਿਆ ਵਿਚਾਰਾ, ਭੱਜ ਕੇ ਕਿਸੇ ਪਾਸੇ ਜਾ ਕੇ ਲੁਕਿਆ ਤੇ ਉਹਦੇ ਕੋਲ ਜਾਨ ਛੁਡਾਈ। ਤੇ ਅੱਗੋਂ ਨਾ ਰਾਤ ਹੋਈ ਨਾ ਤੇ 3 ਵਜੇ ਦਾ ਟਾਈਮ ਹੋਵੇ ਤੇ ਧੋਬੀ ਨਾ ਨਹਿਰ ਦੇ ਕੱਪੜੇ ਪਾ ਧੋਵੇ। ਹੁਣ ਹਯਾਤ ਨਾਈ ਜਨਾਬ ਨਾ ਉੱਥੇ ਗਿਆ, ਜਾ ਕੇ ਨਾ ਕਹਿੰਦਾ ਵੀ ਇਹਨੂੰ ਮੈਂ ਕਹਿੰਦਾ ਰੋਟੀ ਰੂਟੀ ਦੇ, ਮੈਨੂੰ ਭੁੱਖ ਬੜੀ ਲੱਗੀ ਏ। ਤੇ ਨਾਲੇ ਇਹਨੂੰ ਮਾਜਰਾ ਪੁੱਛਣਾ ਵੀ ਮਾਜਰਾ ਕੀ ਹੈਗਾ, ਕਿਉਂ ਮਤਲਬ ਨਾ ਬੰਦੇ ਮੇਰੇ ਮਗਰ ਲੱਗ ਜਾਂਦੇ ਨੇ ਤੇ ਮੇਰਾ ਕਸੂਰ ਕੀ ਹੈਗਾ। ਮੇਰੀ ਬੁੜੀ ਵੀ ਮੈਨੂੰ ਮਤਲਬ ਕਹਿੰਦੀ ਕਿ ਮੁਰਦਾ ਆ ਗਿਆ ਕਬਰਾਂ 'ਚ ਉੱਠ ਕੇ, ਉਹਨੂੰ ਮੈਂ ਪੁੱਛਣਾ। ਉਹਨੇ ਜਾ ਕੇ ਨਾ ਸਲਾਮ ਬੁਲਾਇਆ, ਉਹਨੇ ਕਿਹਾ ਜੀ ਅਸਲਾਮ ਵਾਲੇਕੁਮ। ਉਹਨੇ ਕਿਹਾ ਜੀ ਵਾਲੇਕੁਮ ਅਸਲਾਮ। ਹਾਂ ਵੀ ਬੇਲੀਆ ਕੌਣ ਤੇ ਕਿਵੇਂ ਕਿਧਰੋਂ ਆਇਆ? ਉਹਨੇ ਕਿਹਾ ਜੀ ਮੈਂ ਹਯਾਤ ਨਾਈ। ਲਓ ਜੀ ਧੋਬੀ ਜਿਹੜਾ ਥਾਪਾ ਜਿਹਾ ਮਾਰਨ ਡਿਆ ਸੀ ਨਾ, ਜਦੋਂ ਕੱਪੜਿਆਂ ਜਿਹਦੇ ਨਾਲ ਕੱਪੜੇ ਧੋਂਦਾ ਸੀ, ਉਹਨੇ ਨਾ ਉਹ ਥਾਪਾ ਫੜ ਕੇ ਤੇ ਮਾਰੀ ਛਾਲ ਘੋੜੇ ਦੇ ਉੱਤੇ। ਅਗਲਾ ਜਿਹੜਾ ਕਿੱਲਾ ਸੀ ਉਹਨੇ ਪੱਟ ਲਿਆ ਤੇ ਜਿਹੜਾ ਪਿਛਲਾ ਸੀ ਨਾ, ਯਾਨੀ ਅਗਲੀ ਸਾਈਡ ਤੋਂ ਘੋੜਾ ਨੇ ਖੋਲਿਆ ਤੇ ਪਿਛਲੇ ਪਾਸੋਂ ਖੁੱਲਿਆ ਹੀ ਨਾ ਤੇ ਥਾਪਾ ਮਾਰਨਾ ਸ਼ੁਰੂ ਕਰਤਾ ਘੋੜੇ ਨੂੰ। ਦੇ ਥਾਪੇ ਤੇ ਥਾਪਾ ਮਾਰੀ ਜਾ ਰਿਹਾ। ਘੋੜੇ ਨੇ ਜ਼ੋਰ ਮਾਰਿਆ ਤੇ ਪਿਛਲਾ ਕਿੱਲਾ ਪਟਾ ਲਿਆ। ਜਿਸਲੇ ਕਿੱਲਾ ਪਟਾਇਆ ਤੇ ਘੋੜਾ ਭੱਜਿਆ, ਔਰ ਕਿੱਲਾ ਉੱਡੇ ਤੇ ਧੋਬੀ ਦੇ ਸਿਰ 'ਚ ਵੱਜੇ। ਧੋਬੀ ਮਗਰੋਂ ਆਵਾਜ਼ਾਂ ਲਾਵੇ ਹਯਾਤ ਨਾਈ ਮੈਨੂੰ ਛੱਡ ਦੇ, ਤੇਰੀ ਮਿਹਰਬਾਨੀ, ਮੇਰੇ ਨਿੱਕੇ ਨਿੱਕੇ ਬੱਚੇ ਨੇ, ਮੈਨੂੰ ਛੱਡ ਦੇ। ਪਰ ਕਿੱਥੋਂ, ਜਦੋਂ ਘੋੜਾ ਭੱਜਦਾ ਸੀ ਕਿੱਲਾ ਸਿਰ 'ਚ ਵੱਜਦਾ ਸੀ। ਧੋਬੀ ਚੀਕਾਂ ਮਾਰੇ, ਜਾਂਦਿਆਂ ਦੀ ਕਰਨਾ ਭਾਈ ਉਹਨਾਂ ਦੇ ਖੁੰਨੇ ਖੁੱਲ ਗਏ, ਲਹੂ ਲੁਹਾਨ ਹੋ ਗਿਆ। ਜਾਂਦਿਆਂ ਹੀ ਭਾਈ ਜਾ ਕੇ ਨਾ ਉਹਨੇ ਨਾ ਪਿੰਡ ਦੇ ਚੌਧਰੀ ਨੂੰ ਸ਼ਿਕਾਇਤ ਲਾਈ। ਉਹਨੇ ਕਿਹਾ ਵੀ ਨਾ ਇਸ ਤਰ੍ਹਾਂ ਨਾ ਕੋਈ ਬੰਦਾ ਆਇਆ ਤੇ ਉਹਨੇ ਕਿਹਾ ਮੈਂ ਹਯਾਤ ਨਾਈ, ਤੇ ਹਯਾਤ ਨਾਈ ਤਾਂ ਆਪਾਂ ਦਫਨਾ ਦਿੱਤਾ ਹੋਇਆ ਹੈ, ਇਹ ਕੌਣ ਆ ਗਿਆ? ਤੇ ਬਸ ਮੈਂ ਡਰ ਕੇ ਭੱਜਣ ਲੱਗਾ ਤੇ ਉਹਨੇ ਮੈਨੂੰ ਫੜ ਲਿਆ ਤੇ ਮੈਨੂੰ ਬੜਾ ਮਾਰਿਆ। ਆ ਵੇਖ ਮੈਨੂੰ ਉਹਨੂੰ ਫੋਨ ਕਰ ਦਿੱਤਾ। ਤੇ ਜੀ ਪਿੰਡ ਦੇ ਚੌਧਰੀ ਨੇ ਨਾ ਥਾਣੇ ਰਿਪੋਰਟ ਕੀਤੀ।
ਥਾਣੇਦਾਰ ਆਇਆ ਨਾ, ਕੋਈ 3-4 ਸਿਪਾਹੀ ਆਏ ਘੋੜਿਆਂ ਤੇ। ਉਹਨਾਂ ਕਿਹਾ ਵੀ ਨਾ ਇਸੇ ਤਰ੍ਹਾਂ ਨਾ ਸਾਡੇ ਪਿੰਡ ਦੇ ਵਿੱਚ ਨਾ ਕੋਈ ਬੰਦਾ ਤੇ ਲੇਕਿਨ ਉਹ ਹਯਾਤ ਨਾਈ ਦਾ ਅਸੀਂ ਦਫਨਾ ਦਿੱਤਾ ਹੈ ਤੇ ਇਹ ਹੁਣ ਪਤਾ ਨਹੀਂ ਕੌਣ ਹੈ, ਇਹ ਸਾਡੇ ਨਾਲ ਪਿੰਡ 'ਚ ਨੁਕਸਾਨ ਪਹੁੰਚਾਉਂਦਾ ਪਿਆ, ਰਾਤ ਨੂੰ ਆਉਂਦਾ ਹੈ, ਲੋਕਾਂ ਨੂੰ ਡਰਾਉਂਦਾ ਹੈ ਤੇ ਇਹਨੂੰ ਫੜੋ। ਲੋ ਜੀ ਨਾ ਆਵਾਮ ਨਾਲ ਟੁਰ ਪਈ ਤੇ ਨਾਲ ਕੋਈ ਪੁਲਿਸ। ਜਿਵੇਂ ਅਕਸਰ ਪਿੰਡ 'ਚ ਪੁਲਿਸ ਆ ਜਾਵੇ ਤੇ ਲੋਕ ਇਕੱਠੇ ਹੋ ਜਾਂਦੇ ਨੇ, ਕੋਈ ਵੀ ਮਾਜਰਾ ਹੋ ਜਾਵੇ ਲੋਕ ਐ ਤਮਾਸ਼ਾ ਵੇਖਦੇ ਨੇ ਵੀ ਇਹ ਮੰਨ ਕੀ ਗਿਆ ਹੈ। ਲੋ ਜੀ ਪੁਲਿਸ ਟੁਰ ਪਈ ਉਧਰ ਨੂੰ ਨਹਿਰ ਵਾਲੀ ਸਾਈਡ ਨੂੰ। ਉਹਨਾਂ ਥਾਣੇਦਾਰ ਸੀ ਥੋੜਾ ਜਿਹਾ ਭਾਰਾ ਤੇ ਦੂਸਰੇ ਸਿਪਾਹੀ ਜਿਹੜੇ ਉਹ ਹੁਣ ਘੋੜਿਆਂ ਤੇ ਇਹ ਥਾਣੇਦਾਰ ਪੈਦਲ। ਹਯਾਤ ਨਾਈ ਨੇ ਕੀ ਕੰਮ ਕੀਤਾ, ਉਹਨੇ ਨਾ ਇੱਕ ਦਰਖਤ ਦੇ ਓਲੇ ਲੁੱਕ ਗਿਆ। ਜਿਸ ਵੇਲੇ ਥਾਣੇਦਾਰ ਆਇਆ ਨਾ ਤੇ ਉਹਨੇ ਮਾਰੀ ਛਾਲ ਥਾਣੇਦਾਰ ਦੇ ਉੱਤੇ ਤੇ ਥਾਣੇਦਾਰ ਨੂੰ ਫੜ ਲਿਆ। ਆਣ ਪਿੰਜਿਆ ਉਹਨੂੰ, ਚੰਗੇ ਘਸੋਨੋਂ ਆਏ। ਥਾਣੇਦਾਰ ਨੇ ਰੋਲਾ ਪਾਇਆ, ਮੈਨੂੰ ਬਚਾਓ, ਮੈਨੂੰ ਬਚਾਓ, ਮੈਨੂੰ ਲੈ ਗਿਆ ਹਯਾਤ ਨਾਈ। ਲੋ ਜੀ ਪਿੰਡ ਵਾਲੇ ਆਏ, ਪਿੰਡ ਵਾਲੇ ਨੇ ਫੜ ਲਿਆ ਉਹਨੂੰ। ਉਹਨਾਂ ਕਿਹਾ ਹਾਂ ਵੀ ਕਾਕਾ ਕੌਣ ਹੈ ਤੂੰ? ਜਿਸ ਵੇਲੇ ਉਹਨੂੰ ਵੇਖਿਆ ਤੇ ਉਹਨਾਂ ਕਿਹਾ ਵੀ ਇਹਦਾ ਹਯਾਤ ਨਾਈ ਹੈਗਾ। ਤੇ ਉਹਨਾਂ ਕਿਹਾ ਵੀ ਤੂੰ ਕਿਉਂ ਮਾਰ ਰਿਹਾ ਇਹਨੂੰ, ਤੇ ਕਿਉਂ ਤੂੰ ਮਾਰਿਆ ਧੋਬੀ ਨੂੰ, ਤੇ ਕਿਉਂ ਤੂੰ ਡਰਾ ਰਿਹਾ ਲੋਕਾਂ ਨੂੰ? ਉਹਨੇ ਕਿਹਾ ਪਹਿਲੀ ਗੱਲ ਤੇ ਇਹ ਕਿ ਮੈਨੂੰ ਤੁਸੀਂ ਮੁਰਦਾ ਕਿਉਂ ਸਾਬਤ ਕਰਦੇ ਪਏ ਹੋ? ਜਦੋਂ ਮੈਂ ਜ਼ਿੰਦਾ ਤੁਸੀਂ ਮੈਨੂੰ ਕਿਉਂ ਕਹਿੰਦੇ ਕਿ ਮੈਂ ਮੁਰਦਾ? ਉਹਨੇ ਕਿਹਾ ਵੀ ਫਲਾਣੇ ਦਿਨ ਕੁੱਲੀ ਨੂੰ ਅੱਗ ਲੱਗੀ ਸੀ ਤੇ ਤੂੰ ਵਿੱਚ ਸੜਿਆ ਸੈਂ ਤੇ ਅਸੀਂ ਤਾਂ ਤੈਨੂੰ ਦਫਨਾ ਦਿੱਤਾ ਹੈ। ਉਹਨੇ ਕਿਹਾ ਪਹਿਲੀ ਤਾਂ ਗੱਲ ਇਹ ਕਿ ਮੈਂ ਕੁੱਲੀ ਵਿੱਚ ਨਹੀਂ ਸੜਿਆ, ਮੈਂ ਤਾਂ ਲੈ ਕੇ ਗਿਆ ਸਾਂ ਗੰਢਾਂ। ਫਲਾਣੇ ਚੌਧਰੀ ਨੂੰ ਪੁੱਛੋ ਜਾ ਕੇ, ਉਹਦੇ ਵਿਆਹ ਦੀਆਂ ਗੰਢਾਂ ਲੈ ਕੇ ਗਿਆ ਆ ਮੈਂ। ਤੇ ਉਹਨੇ ਕਿਹਾ ਕੁੱਲੀ ਸੜਿਆ ਕੌਣ ਹੈ? ਉਹਨੇ ਕਿਹਾ ਉਹ ਮਰਾਸੀਆਂ ਦਾ ਬਾਬਾ ਹੈ। ਲੋ ਜੀ ਮਰਾਸੀਆਂ ਨੂੰ ਪੈ ਗਈ ਆਪਦੀ। ਉਹਨੇ ਕਿਹਾ ਵੀ ਸਾਡਾ ਬਾਬਾ ਫੂਕਿਆ ਗਿਆ। ਉਹ ਵਿਚਾਰੇ ਬਾਬਾ ਲੱਭਣ ਲੱਗ ਪਏ, ਪਰ ਬਾਬਾ ਕਿੱਥੋਂ? ਬਾਬਾ ਦਾ ਦਫਨਾਤਾ ਸੀ ਉਹਨਾਂ ਨੇ। ਉਹਨੇ ਕਿਹਾ ਵੀ ਧੋਬੀ ਨੂੰ ਕਿਉਂ ਮਾਰਿਆ ਤੂੰ? ਉਹਨੇ ਕਿਹਾ ਭਾਈ ਮੇਰੇ ਗੱਲ ਸੁਣ ਮੇਰੀ, ਇਹਨੇ ਮੇਰਾ ਨਾਂ ਸੁਣਿਆ ਤੇ ਇਹਨੇ ਮਾਰੀ ਛਾਲ ਘੋੜੇ ਦੇ ਉੱਤੇ। ਅਗਲਾ ਕਿੱਲਾ ਪੱਟਿਆ, ਯਾਨੀ ਅਗਲੀ ਸਾਈਡ ਤੋਂ ਉਹਨੇ ਘੋੜੇ ਨੂੰ ਖੋਲਿਆ ਤੇ ਪਿਛਲੀ ਸਾਈਡ ਤੋਂ ਖੋਲਿਆ ਹੀ ਨਹੀਂ। ਜਦੋਂ ਘੋੜੇ ਨੇ ਜ਼ੋਰ ਮਾਰਿਆ ਤੇ ਪਿਛਲਾ ਕਿੱਲਾ ਪੱਟਿਆ ਗਿਆ। ਉਹ ਕਿੱਲਾ ਇਹਦੇ ਵੱਜਦਾ ਆਇਆ ਤੇ ਵੇਖ ਲਓ ਜਾ ਕੇ ਘੋੜੇ ਦੇ ਮਗਰ ਅਜੇ ਵੀ ਕਿੱਲਾ ਹੋਣਾ ਹੈ। ਜਿਸ ਵੇਲੇ ਉਹਨੇ ਘੋੜੇ ਵੇਖਿਆ ਤੇ ਕਿੱਲਾ ਮਗਰ ਹੋਇਆ, ਜਿਸ ਵੇਲੇ ਉਹਨੇ ਘੋੜੇ ਨੂੰ ਵੇਖਿਆ ਤੇ ਕਿੱਲਾ ਮਗਰ ਉਵੇਂ ਹੀ। ਉਹਨੇ ਕਿਹਾ ਇਹ ਦਾ ਪਿਓ ਵੱਜਦਾ ਆਇਆ, ਮੈਂ ਨਹੀਂ ਮਾਰਿਆ। ਉਹਨੇ ਕਿਹਾ ਧੋਬੀ ਤੂੰ ਝੂਠਾ ਪਾਜਾ ਪਰਾਂ। ਉਹਨੇ ਨਾ ਹਯਾਤ ਨਾਈ ਨੇ ਕੀ ਕੰਮ ਕੀਤਾ, ਜਾਂਦਿਆਂ ਹੀ ਜਾ ਕੇ ਨਾ ਪਹਿਲੇ ਤਾਂ ਬੁੱਢੀ ਨੂੰ ਧੋਣੀ ਲਾਈ। ਉਹਨੂੰ ਕਿਹਾ ਵੀ ਮੇਰਾ ਕਸੂਰ ਕੀ ਹੈਗਾ, ਕਿਉਂ ਤੂੰ ਮੈਨੂੰ ਮਤਲਬ ਐਵੇਂ ਜ਼ੁਲਮ ਕਰਦੀ ਪਈ ਹੈ? ਜਦੋਂ ਮੈਂ ਘਰ ਆਣਾ ਤੂੰ ਰੋਲਾ ਪਾ ਦਿੰਦੀ ਹੈ। ਉਹਨੇ ਕਿਹਾ ਵੀ ਮੈਂ ਤਾਂ ਹੱਥੀ ਤਾਂ ਮਤਲਬ ਤੈਨੂੰ ਵੇਖਿਆ ਸੜਿਆ ਤੂੰ ਸਾਰਾ, ਤੇ ਬੰਦੇ ਨੇ ਤੈਨੂੰ ਦਫਨਾਇਆ ਵੀ ਏ। ਉਹਨੇ ਕਿਹਾ ਭਾਵੇਂ ਦਫਨਾਇਆ ਵੀ ਏ ਲੇਕਿਨ ਤੂੰ ਆਵਾਜ਼ ਮੇਰੀ ਸੁਣਦੀ ਪਈ ਹੈ ਤੇ ਮੇਰੇ ਤੇ ਯਕੀਨ ਤੇ ਕਰ। ਤੇ ਅਕਸਰ ਲੋਕ ਜਦ ਚਲੇ ਜਾਂਦੇ ਨੇ ਕਿਤੇ ਤੇ ਕੀ ਕਹਿੰਦੇ ਨੇ ਜੀ ਅਸੀਂ ਸਰਪ੍ਰਾਈਜ਼ ਦੇਣਾ ਹੈ, ਤੇ ਉਹ ਦੱਸਦੇ ਨਹੀਂ ਘਰ ਦੇ ਵਿੱਚ ਕਿ ਕਿਤੇ ਵੀ ਜਾਣਾ ਹੋਵੇ ਜਾਂ ਕਿਤੋਂ ਆਉਣਾ ਹੋਵੇ ਤੇ ਉਹ ਦੱਸਦੇ ਨਹੀਂ ਕਿ ਅਸੀਂ ਸਰਪ੍ਰਾਈਜ਼ ਦੇਣਾ ਹੈ। ਐਵੇਂ ਦਾ ਕੰਮ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਅਗਲੇ ਦੀ ਜਾਨ ਹੀ ਨਿਕਲ ਜਾਵੇ। ਬਾਕੀ ਅਗਰ ਮੇਰੀ ਗੱਲ ਅੱਛੀ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਆ ਜੇ। ਲਵ ਯੂ ਹੋ ਗਿਆ।